ਬਾਬਾ ਨੀਲਾ ਤਾਰਾ ਦੀ ਵਰ੍ਹੇਗੰਢ ਦੇ ਮੌਕੇ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈਆਂ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਆਪਣੇ ਦਫ਼ਤਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ 1984 ਦੇ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕੌਮ ਦੇ ਨਾਮ ਦਿੱਤੇ ਗਏ ਸੰਦੇਸ਼ ਦੇ ਵਿੱਚ ਸਿੱਖਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ ਦੇ ਸੰਕੇਤ ਵੀ ਇਸ ਮੌਕੇ ਦਿੱਤੇ। ਜ਼ਿਕਰਯੋਗ ਹੈ ਕਿ ਸ਼ਹਿਰ ਨੂੰ ਜਿਹੜਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਅਤੇ ਰੈਸਟੋਰੈਂਟ ਪੂਰੀ ਤਰ੍ਹਾਂ ਦੇ ਨਾਲ ਬੰਦ ਨਜ਼ਰ ਆਏ। ਉੱਥੇ ਇਸ ਮੌਕੇ ਪ੍ਰਸ਼ਾਸਨ ਵੀ ਪੂਰੇ ਅਲਰਟ ਦੇ ਉੱਤੇ ਰਿਹਾ। ਦੱਸਣਾ ਬਣਦਾ ਹੈ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅੰਮ੍ਰਿਤਸਰ ਤੋਂ ਅੱਜ ਦੀ ਆਵਾਜ਼ ਦੇ ਲਈ ਹਰਦੇਵ ਪ੍ਰਿੰਸ ਦੀ ਰਿਪੋਰਟ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡਾ ਮਹਾਨ ਸ਼ਹੀਦੀ ਦਿਵਸ ਹੈ ਤੇ 1984 ਦੇ ਵਿੱਚ ਸਿੱਖ ਕੌਮ ਦਾ ਪਹਿਲਾ ਆਜ਼ਾਦੀ ਦਾ ਜੰਗ ਸ਼ੁਰੂ ਹੋਇਆ ਸੀ, ਜਦੋਂ ਇੰਦਰਾ ਗਾਂਧੀ ਨੇ ਤੇ ਇਸ ਦੀਆਂ ਸਾਥੀ ਪਾਰਟੀਆਂ ਨੇ ਸੋਵੀਅਤ ਰੂਸ ਤੇ ਬਰਤਾਨੀਆ ਦੀ ਫੌਜ ਤੇ ਆਪਣੀ ਹਿੰਦ ਦੀ ਫੌਜ ਮਿਲਾ ਕੇ 3 ਪਰਮਾਣੂ ਹਥਿਆਰਾਂ ਨਾਲ ਲਾਂਸ ਫੌਜਾਂ ਨਾਲ ਸਟੇਟਲੈਸ ਸਿੱਖਸ ਦੇ ਉੱਤੇ ਹਮਲਾ ਕੀਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਜਨਰਲ ਸ਼ਬੇਗ ਸਿੰਘ ਨੇ, ਭਾਈ ਅਮਰੀਕ ਸਿੰਘ ਨੇ, ਬਾਬਾ ਠਾਰਾ ਸਿੰਘ ਨੇ ਤੇ ਸਾਰੇ ਟਕਸਾਲੀ ਫੈਡਰੇਸ਼ਨ ਜਿੰਨੇ ਵੀ ਉੱਥੇ ਸਿੰਘ ਦਰਬਾਰ ਸਾਹਿਬ ਦੀ ਰੱਖਿਆ ਲਈ ਆਏ ਸੀ, ਬੱਬਰ ਵੀ ਸੀਗੇ, ਸਾਰੇ ਸੀਗੇ। 72 ਘੰਟੇ ਇਹ ਦੁਨੀਆ ਦੀਆਂ 3 ਵੱਡੀਆਂ ਫੌਜਾਂ 72 ਘੰਟੇ ਅੰਦਰ ਨਹੀਂ ਵੜਨ ਦਿੱਤੀਆਂ। ਟੈਂਕਾਂ ਦੇ ਨਾਲ ਲੜਾਈ ਵੀ ਹੋਈ, ਤੋਪਾਂ ਦੇ ਨਾਲ ਵੀ ਹੋਈ, ਹੈਲੀਕਾਪਟਰ ਗਨਸ਼ਿਪਸ ਦੇ ਨਾਲ ਵੀ ਹੋਈ, ਪਰ ਕਿਸੇ ਨੇ ਵੀ ਹੱਥ ਉੱਚੇ ਨਹੀਂ ਕੀਤੇ ਹੈ। ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਖਰੀ ਆਪਣੇ ਅਕਾਲ ਤਖਤ ਸਾਹਿਬ ਦੇ ਬੰਕਰ ਚੋਂ ਨਿਕਲ ਕੇ ਜਿਹੜੇ 2 ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਵਿਰਾਜਮਾਨ ਹਨ, ਉੱਥੇ ਜਾ ਕੇ ਸੰਤ ਜਰਨੈਲ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਹੋਈਆਂ ਸੀ। ਪਾਕਿਸਤਾਨ ਦਾ ਲਖਾਰੀ ਚੀਮਾ ਸਾਹਿਬ ਕਹਿੰਦਾ ਕਿ ਸਾਡਾ ਜਰਨੈਲ ਨਾਜ਼ੀ ਪਾਕਿਸਤਾਨ ਦਾ, ਜਿਹਨੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਦਾ ਜਰਨੈਲ ਸੀ, ਉਸ ਨੇ 90,000 ਪਾਕਿਸਤਾਨੀ ਫੌਜੀ ਜਨਰਲ ਜਗਜੀਤ ਸਿੰਘ ਅਰੋੜੇ ਦੇ ਹਵਾਲੇ ਕਰਤੇ, ਜਿਹੜਾ ਇੰਡੀਅਨ ਕਮਾਂਡਰ ਸੀਗਾ। ਤੇ ਚੀਮਾ ਲਖਾਰੀ ਕਹਿੰਦਾ ਕਿ ਜੇ ਸਾਡੇ ਜਰਨੈਲ ਨਾਜ਼ੀ ਦੇ ਚੀਚੀ ਦੇ ਉੱਤੇ ਥੋੜਾ ਜਿਹਾ ਖੂਨ ਨਿਕਲ ਆਉਂਦਾ ਤਾਂ ਅਸੀਂ ਸਮਝਦੇ ਸਾਡਾ ਜਰਨੈਲ ਲੜਿਆ ਹਿੰਦੁਸਤਾਨ ਦੇ ਖਿਲਾਫ। ਪਰ ਚੀਮਾ ਸਾਹਿਬ ਕਹਿੰਦੇ ਜਰਨੈਲਾਂ ਚੋਂ ਜਰਨੈਲ ਇੱਕੋ ਹੀ ਹੈ, ਉਹ ਹੈ ਜਰਨੈਲ ਸਿੰਘ ਭਿੰਡਰਾਂਵਾਲਾ। ਜਿਹਦੀ ਛਾਤੀ ਦੇ ਉੱਤੇ 76 ਗੋਲੀਆਂ ਲੱਗੀਆਂ ਤਾਂ ਜਾ ਕੇ ਸ਼ਹਾਦਤ ਪਾਈ। ਸੋ ਸਾਧ ਸੰਗਤ ਜੀ,
ਸਾਡੀ ਪਾਰਟੀ ਬੰਦੀਆਂ ਨੂੰ ਛਡਾਉਣ ਦੇ ਲਈ ਅੱਜ 336 ਦਿਨ ਹੋ ਗਏ ਆ ਮੋਰਚੇ ਬਰਗਾੜੀ ਦੇ ਵਿੱਚ। ਸਾਡੇ ਕੋਲ ਫੜੀਆਂ ਜਾਂਦੀਆਂ ਉੱਥੇ ਮੇਰੇ ਕੋਲੇ ਕੈਦੀਆਂ ਦਾ ਸਵਾਲ ਲੈ ਕੇ ਸਰਦਾਰ ਸੁਖਬੀਰ ਸਿੰਘ SGPC ਦੇ ਪ੍ਰਧਾਨ ਧਾਮੀ ਸਾਹਿਬ, ਚੰਦੂ ਮਾਜਰਾ ਸਾਹਿਬ, ਬਠਿੰਡੇ ਤੋਂ ਭੁੰਦੜ ਸਾਹਿਬ ਆਏ ਸੀਗੇ। ਉਹਨਾਂ ਨੇ ਕਿਹਾ ਕਿ ਬੰਦੀਆਂ ਦਾ ਕੈਂਡੀਡੇਟ ਖੜਾ ਕਰੀਏ। ਮੈਂ ਕਿਹਾ ਕਿ ਤੁਸੀਂ ਸਲਾਹ ਲੈ ਕੇ ਆਏ ਹੋ ਤਾਂ ਆਰਡਰ ਦੇ ਕੇ ਆਏ ਹੋ। ਸਾਡੀ ਪਾਰਟੀ ਨੇ ਮੇਰਾ ਨਾਂ ਐਲਾਨ ਕਰ ਦਿੱਤਾ। ਪਾਰਟੀ ਤੋਂ ਮੈਂ ਪਿੱਛੇ ਹਟ ਨਹੀਂ ਸਕਦਾ। ਉਸ ਤੋਂ ਬਾਅਦ SGPC ਦੇ ਪ੍ਰਧਾਨ ਨੇ ਸੁਖਬੀਰ ਸਿੰਘ ਨੇ, ਚੰਦੂ ਮਾਜਰਾ ਨੇ, ਭੁੰਦੜ ਨੇ ਸੰਗਰੂਰ ਦੇ ਵਿੱਚ ਕੋਈ ਬੰਦੀ ਸਿੰਘ ਖੜਾ ਨਹੀਂ ਕੀਤਾ ਹੈਗਾ। ਇਹ ਬੰਦੀ ਸਿੰਘਾਂ ਦੀ ਗੱਲ ਕਰਦੇ ਹੈ। ਇਸ ਕਰਕੇ ਸਾਡੀ ਪਾਰਟੀ ਕਹਿੰਦੀ ਹੈ ਕਿ ਜਿਹੜੀ SGPC ਦੀ ਪ੍ਰਧਾਨਗੀ ਹੈ, ਧਾਮੀ ਸਾਹਿਬ ਤੁਸੀਂ ਇਹਨੂੰ ਛੱਡ ਕੇ ਹਵਾੜਾ ਸਾਹਿਬ ਨੂੰ, ਭੁੱਲਰ ਨੂੰ SGPC ਦਾ ਪ੍ਰਧਾਨ ਬਣਾਓ। ਅਕਾਲ ਤਖਤ ਦਾ ਜਥੇਦਾਰ ਹਵਾੜਾ ਸਾਹਿਬ ਬਣਾਓ, ਜਿਹੜਾ ਸਰਬੱਤ ਖਾਲਸੇ ਦੇ ਵਿੱਚ ਐਲਾਨ ਹੋ ਗਿਆ ਸੀ। ਔਰ ਦਮਦਮੀ ਟਕਸਾਲ ਦਾ ਪ੍ਰਧਾਨ ਆਪਣਾ ਲਾਹੌਰੀਆ ਸਾਹਿਬ, ਜਿਹੜਾ 30 ਸਾਲ ਜੇਲ੍ਹ ਕੱਟ ਕੇ ਆਇਆ, ਉਸ ਨੂੰ ਦਮਦਮੀ ਸਾਲ ਦਾ ਜਥੇਦਾਰ ਬਣਾਇਆ ਜਾਵੇ। ਹੁਣ ਪਿੱਛੇ ਨਾ ਹਟਿਓ। ਧੁੰਮਾ ਸਾਹਿਬ, ਸੁਖਬੀਰ ਸਿੰਘ ਜੀ, ਧਾਮੀ ਸਾਹਿਬ ਜੀ, ਚੰਦੂ ਮਾਜਰਾ ਜੀ, ਭੁੰਦੜ ਸਾਹਿਬ, ਤੁਸੀਂ ਬੰਦੀਆਂ ਦੀ ਗੱਲ ਕਰਨ ਆਏ ਹੋ। ਹੁਣ ਜਿਹੜੀ ਕੌਮ ਦੀ ਆਵਾਜ਼ ਹੈ ਕਿ ਬੰਦੀਆਂ ਨੂੰ SGPC, ਦਮਦਮੀ ਟਕਸਾਲ ਤਖਤ ਦਾ ਜਥੇਦਾਰ ਬਣਾਇਆ ਜਾਵੇ, ਇਸ ਨੂੰ ਪੂਰਾ ਕਰੋ। ਕਿਉਂ ਕਰਕੇ ਤੁਸੀਂ ਨਜਾਇਜ਼ SGPC ਤੇ ਬੈਠੇ ਹੋ। ਇਹਦੀ ਮਿਆਦ 5 ਸਾਲ ਹੁੰਦੀ ਹੈ, ਪਰ 11 ਸਾਲ ਤੋਂ SGPC ਦੇ ਇਲੈਕਸ਼ਨ ਨਹੀਂ ਹੋ ਰਹੇ। ਤੁਸੀਂ ਸਾਰਿਆਂ ਨੇ ਨਜਾਇਜ਼ ਕਬਜ਼ੇ ਕੀਤੇ ਹੈ, ਹੇਰਾ ਫੇਰੀਆਂ ਹੋਈਆਂ ਬਰਗਾੜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, ਨਾਲ ਦੇ ਪਿੰਡ 2 ਸਿੰਘ ਸ਼ਹੀਦ ਕਰਵਾਏ ਹੈ, ਸੈਣੀ ਤੋਂ ਤੇ ਰਾਮ ਰਹੀਮ ਨੂੰ, ਔਰ ਕੋਟ ਕਪੂਰੇ ਤੁਸੀਂ ਗੋਲੀਆਂ ਤੇ ਲਾਠੀ ਚਾਰਜ ਕਰਾਏ ਹੈ। ਉੱਥੇ ਬੈਠੇ ਸਿੱਖਾਂ ਨੂੰ 328 ਸਰੂਪ ਮਹਾਰਾਜ ਦੇ ਤੁਸੀਂ ਪਤਾ ਨਹੀਂ ਚਰਵਾ ਦਿੱਤੇ ਹੈ ਜਾਂ ਨਿਰੰਕਾਰੀਆਂ ਨੂੰ ਦੇ ਦਿੱਤੇ ਹੈ, ਜਾਂ ਤੁਸੀਂ ਨਾਗਪੁਰ RSS ਨੂੰ ਦੇਤੇ ਹੈ। ਇਹ ਸਿੱਖ ਕੌਮ ਤੋਂ ਸਫਾਈ ਚਾਹੁੰਦੀ ਹੈ ਕਿ ਕਿੱਥੇ ਨੇ ਸਾਰੇ ਸਰੂਪ। ਜਿਹੜਾ ਕੰਮ ਆਰੰਭ ਕਰੀਏ, ਧਾਮੀ ਸਾਹਿਬ, ਬਾਦਲ ਸਾਹਿਬ, ਉਸ ਨੂੰ ਸਮਾਪਤ ਕਰਨਾ ਪੈਂਦਾ। ਅੱਜ ਕੌਮ ਨੇ ਕਹਿਤਾ ਕਿ ਭੁੱਲਰ SGPC ਦਾ ਪ੍ਰਧਾਨ ਬਣੇ, ਹਵਾੜਾ ਅਕਾਲ ਤਖਤ ਦਾ ਪ੍ਰਧਾਨ ਬਣੇ, ਲੋਹਾਰੀਆ ਸਾਹਿਬ ਦਮਦਮੀ ਸਾਹਿਬ ਦਾ ਜਥੇਦਾਰ ਬਣੇ, ਟਕਸਾਲ ਦਾ ਜਥੇਦਾਰ ਬਣੇ। ਸੋ ਇੰਨੀਆਂ ਗੱਲਾਂ ਮੈਂ ਕੀਤੀ ਹੈ। ਸਿੱਖ ਕੌਮ ਖਾਲਿਸਤਾਨ ਅਮਨ ਪਸੰਦ ਤਰੀਕੇ ਦੇ ਨਾਲ
ਜਮਹੂਰੀਅਤ ਢਾਂਚੇ 'ਚ ਰਹਿ ਕੇ ਕਰਨਾ ਚਾਹੁੰਦੀ ਹੈ। ਤੇ ਮੈਂ ਸਾਰੀ ਅਪੀਲ ਕਰਦਾ ਕਿ ਮੈਨੂੰ ਕੈਂਡੀਡੇਟ ਸੰਗਰੂਰ ਤੋਂ ਚੁਣਿਆ ਗਿਆ। ਜੇ ਮੇਰੀ ਸਫਲਤਾ ਹੁੰਦੀ ਹੈ ਤਾਂ ਫਿਰ ਪੰਜਾਬ ਤੇ ਕੌਮ ਦੀ ਸਫਲਤਾ ਹੋਊਗੀ। ਦਿੱਲੀ ਜਿਸ ਨੇ ਜ਼ਬਰ ਕੀਤੇ ਹੈ ਉਹਦੀ ਹੋਊਗੀ ਹਾਰ। ਸੋ ਸੰਗਰੂਰ ਦੇ ਮੈਦਾਨ ਦੇ ਉੱਤੇ ਕੱਸ ਕੇ ਉੱਥੇ ਸਾਰੇ ਜਾਣੇ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੂ ਸਟਾਰ ਦੇ ਮਹਾਨ ਸ਼ਹੀਦਾਂ ਦੀ ਅੱਜ ਆਪਾਂ 38ਵਾਂ ਸ਼ਹੀਦੀ ਸਮਾਗਮ ਮਨਾਇਆ ਔਰ ਜਿਹਦੇ ਵਿੱਚ ਸਮੁੱਚੇ ਪੰਥ ਨੇ, ਮੈਂ ਸਮਝਦਾ, ਔਰ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਜਿਸ ਇੱਕ ਸੁਰਤਾ ਦਾ ਸਬੂਤ ਦਿੱਤਾ। ਜੇ ਆਪਾਂ ਇਸੇ ਇੱਕ ਸੁਰਤਾ ਦੇ ਨਾਲ ਧਰਮ ਨੂੰ ਵੀ ਗ੍ਰਹਿਣ ਕਰਕੇ ਫਿਰ ਮੈਂ ਸਮਝਦਾ ਆਪਣੇ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ। ਔਰ ਸਿੰਘ ਸਾਹਿਬ ਜੀ ਨੇ ਵੀ ਅੱਜ ਚੀਚੇ ਤੌਰ ਤੇ ਗੱਲ ਤੇ ਫੋਕਸ ਕੀਤਾ, ਉਹ ਸੀਗਾ ਕਿ ਸਿੱਖ ਕੌਮ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਵੇ ਔਰ ਜਿਲੇ ਮਾਨਸਿਕ ਤੌਰ ਤੇ ਧਰਮ ਗ੍ਰਹਿਣ ਕਰਕੇ ਮਨੁੱਖ ਤਕੜਾ ਹੋ ਜਾਂਦਾ, ਫਿਰ ਉਹਦਾ ਰਹਿਣ ਸਹਿਣ, ਉਹਦਾ ਕਿਰਤ ਦਾ ਔਰ ਕਿਰਤ ਵੀ ਧਰਮ ਦੀ, ਤੇ ਫਿਰ ਸਮਾਜ ਦੇ ਵਿੱਚ ਵਿਚਰਨਾ ਆਰਥਿਕ ਤੌਰ ਤੇ ਮਜ਼ਬੂਤੀ ਵੀ ਕਰਦਾ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਇੱਥੇ ਆਪਾਂ ਇਸ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਆ, ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ। ਉੱਥੇ ਨਾਲ ਦੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ, ਬਾਬਾ ਠਾਰਾ ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ, ਜਿਨ੍ਹਾਂ ਨੇ ਉਹ ਜਿਹੜੀਆਂ ਫੌਜਾਂ ਇੱਥੇ ਚੜ੍ਹ ਕੇ ਆਈਆਂ ਸੀਗੀਆਂ ਉਹਨਾਂ ਦਾ ਪੁਰਾਤਨ ਮਰਿਆਦਾ ਅਨੁਸਾਰ ਤੇ ਗੁਰਮਤ ਦੀਆਂ ਲੀਹਾਂ ਅਨੁਸਾਰ ਮੁਕਾਬਲਾ ਕਰਕੇ ਸ਼ਹੀਦੀਆਂ ਪਾਈਆਂ। ਉਹਨਾਂ ਦੀ ਮਹਾਨ ਸ਼ਹੀਦੀ ਨੂੰ ਅੱਜ ਸਮੁੱਚੀ ਕੌਮ ਹਮੇਸ਼ਾ ਵਾਸਤੇ ਯਾਦ ਵੀ ਕਰੂਗੀ ਤੇ ਅੱਜ ਵੀ ਉਸ ਯਾਦ ਦੇ ਵਿੱਚ ਸਾਰੀ ਕੌਮ ਜਿਹੜੀ ਇਕੱਤਰ ਹੋਈ ਆ। ਸੋ ਆਪਾਂ ਵੱਧ ਤੋਂ ਵੱਧ ਯਤਨ ਕਰੀਏ, ਜਿਹੜਾ ਸਿੰਘ ਸਾਹਿਬ ਨੇ ਸੁਨੇਹਾ ਦਿੱਤਾ ਸੀ ਕਿ ਧਰਮ ਨੂੰ ਗ੍ਰਹਿਣ ਕਰੀਏ। ਧਰਮ ਦੀ ਪਰਪੱਕਤਾ ਮਨੁੱਖ ਨੂੰ ਸ਼ੁੱਧ ਵੀ ਕਰਦੀ ਆ, ਧਰਮ ਦੀ ਪਰਪੱਕਤਾ ਮਨੁੱਖ ਨੂੰ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਉਣ ਦਾ ਜਿਹੜਾ ਉਹ ਢੰਗ ਵੀ ਦੱਸਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਇਹ ਜਿਹੜਾ ਸ਼ਾਸਤਰ, ਜਿਹੜੇ ਸ਼ਾਸਤਰ ਵਾਲੀ ਗੱਲ ਆ, ਸਾਡੇ ਸ਼ਾਸਤਰਾਂ ਦੀ ਤੁਸੀਂ ਸੁਣੇ ਹੋਣੇ ਸ਼ਾਇਦ ਗੱਲ, ਉਹਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਸਾਡੇ ਗੱਤਕੇ ਦੇ ਅਖਾੜੇ ਲਾਵਾਂਗੇ। ਇਹ ਸ਼ਾਸਤਰ ਵਿਦਿਆ ਤਾਂ ਗੁਰੂ ਸਾਹਿਬ ਨੇ ਆਦਿ ਕਾਲ ਤੋਂ ਸਾਨੂੰ ਦਿੱਤੀ ਆ। ਇਹਨੂੰ ਆਪਾਂ ਕਈ ਵਾਰ ਨੌਜਵਾਨਾਂ ਨੂੰ ਨਾਲ ਜੋੜਨ ਦੇਖੋ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮਾਗਮ ਸ਼ੁਰੂ ਆ, ਜਿਹੜੇ ਆ ਜੂਨ ਦੇ ਮਹੀਨੇ ਤੋਂ ਹੁਣ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਲਾਵਾਂਗੇ। ਤੇ ਸਿੰਘ ਸਾਹਿਬ ਨੇ ਵੀ ਇਹੋ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਆਪਾਂ ਜਿੰਨੀਆਂ ਸਿੱਖ ਜਥੇਬੰਦੀਆਂ ਮਹਾਂਪੁਰਸ਼ ਆ ਉਹ ਵੀ ਇਕੱਤਰ ਹੋ ਕੇ, ਖਾਸ ਕਰਕੇ ਆ ਜਿਹੜਾ ਬਾਰਡਰ ਏਰੀਆ, ਇਹਦੇ ਵਿੱਚ ਇਸ ਧਰਮ ਦੀ ਲਹਿਰ ਨੂੰ ਪ੍ਰਚੰਡ ਕਰਨ। ਅੱਜ 6 ਜੂਨ ਦੇ ਸੰਬੰਧੀ ਗੋਲਡਨ ਟੈਂਪਲ ਦੇ ਅੰਦਰ ਜਿਹੜੀ ਸਾਡੀ ਸਾਰੀ ਫੋਰਸ ਜਿਹੜੀ ਆ ਸਿਵਲ ਕੱਪੜਿਆਂ ਦੇ ਵਿੱਚ ਲੱਗੀ ਹੋਈ ਆ ਔਰ ਇਸੇ ਤਰ੍ਹਾਂ ਬਾਹਰ ਆਊਟਰ ਕਾਰਡਨ ਦੇ ਵੀ ਵਿੱਚ ਬੰਦੇ ਹੈਗੇ ਆ ਔਰ ਅਸੀਂ ਇੱਥੇ ਸਾਰਿਆਂ ਨਾਲ ਪੂਰੇ ਟਾਈ ਆਪਾਂ ਔਰ ਮਹਾਰਾਜ ਕਿਰਪਾ ਕਰਨ, ਵਧੀਆ ਡਿਊਟੀ ਹੋਊਗੀ, ਵਧੀਆ ਜਿਹੜਾ ਸਾਰਾ ਕੁਝ ਟਾਈਮ ਨਿਕਲੂਗਾ ਔਰ ਸਾਡੀ ਫੋਰਸ ਦੀ ਜਿਹੜੀ ਸਾਰੀ ਬਰੀਫ ਆ ਔਰ ਸਾਰੇ ਇੱਥੇ ਜਥੇਬੰਦੀਆਂ ਨਾਲ ਔਰ ਸਾਰੀ SGPC ਨਾਲ ਸਾਡਾ ਸਾਰਾ ਟਾਈ ਆਪਾਂ। ਮੈਂ ਦੱਸਣਾ ਚਾਹੁੰਦਾ ਵੀ ਸਾਡੀ ਜਿਹੜੀ ਜ਼ਿਆਦਾ ਜਿਹੜੀ ਬਾਹਰਲੀ ਸਾਡੀ ਯੂਨੀਫਾਰਮ ਪੁਲਿਸ ਆ ਸਾਰੇ ਸ਼ਹਿਰ ਦੇ ਵਿੱਚ ਸਿਟੀ ਸੀਲਿੰਗ ਔਰ ਸ਼ਹਿਰ ਦੇ ਅੰਦਰੂਨੀ ਹਿੱਸੇ ਲੱਗੀ ਆ, ਤਾਂ ਜੋ ਕਿ ਸ਼ਹਿਰ ਦੇ ਵਿੱਚ ਕੋਈ ਵੀ ਜਿਹੜਾ ਸ਼ਰਾਰਤੀ ਅਨਸਰ ਆ ਕੋਈ ਕਿਸੇ ਤਰ੍ਹਾਂ ਦਾ ਆ ਕੇ ਨਾ ਕਿਉਂ ਕਰੇ ਔਰ ਇਸ ਕਰਕੇ ਸਾਡੀ ਫੋਰਸ ਉੱਥੇ ਲੱਗੀ ਹੈ। ਅੰਦਰ ਜਾਣ ਤੋਂ ਵੀ ਜਿਹੜੀ ਹੈਗੀ ਆ ਉਹ ਮਨਾਹੀ ਕੀਤੀ ਗਈ ਹੈ। ਬਿਲਕੁਲ ਨਹੀਂ ਜੀ, ਇੱਦਾਂ ਦਾ ਜੇ ਕਿਤੇ ਵੀ ਤੁਹਾਨੂੰ ਲੱਗਦਾ ਹੈ, ਮੈਂ ਆਲਰੇਡੀ ਸਾਰੇ ਜਿੰਨੇ ਵੀ ਸਾਡੇ ਚੌਂਕ ਨਾਕੇ ਆ ਉਹ ਮੇਰੇ ਨਾਲ ਟਾਈ ਅਪ ਆ, ਸਾਡੇ ਆਫੀਸਰ ਲੱਗੇ ਹੋਏ ਆ। ਜੇ ਕਿਤੇ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਦੱਸੋ, ਸਾਰੀ ਸੰਗਤ ਵਾਸਤੇ, ਸਾਰੇ ਲੋਕਾਂ ਵਾਸਤੇ ਜਿਹੜੇ ਆਉਂਦੇ ਆ, ਲੇਕਿਨ ਕੁਝ ਗੱਡੀਆਂ ਜਿਹੜੀਆਂ ਬਾਹਰ ਰੋਕਾਂਗੇ ਕਿਉਂਕਿ ਅੰਦਰ ਫਿਰ ਜ਼ਿਆਦਾ ਰਸ਼ ਪੈ ਜਾਣਾ, ਸਾਡੇ ਕੋਲ ਅੰਦਰ ਇੰਨੀ ਜਗ੍ਹਾ ਨਹੀਂ, ਜਿੰਨੀ ਸੰਗਤ ਜਾਂ ਜਥੇਬੰਦੀਆਂ ਆ ਰਹੀਆਂ ਉਹਨਾਂ ਵਾਸਤੇ ਜਿਹੜੀਆਂ ਆਪਣੀਆਂ ਗੱਡੀਆਂ ਦੀ ਪਾਰਕਿੰਗ ਕਰਕੇ ਬਾਹਰ ਫਿਰ ਆਰਾਮ ਨਾਲ ਚੱਲ ਕੇ ਆ ਸਕਦੇ ਨੇ। ਦੇਖੋ, ਮੇਰੀ ਸਾਰਿਆਂ ਨੂੰ ਅਪੀਲ ਆ, ਜਿਹੜੇ ਇੱਥੇ ਗੁਰੂ ਮਹਾਰਾਜ ਦੇ ਮੱਥਾ ਟੇਕਣ ਆ ਰਹੇ ਆ ਬਗੈਰ ਕਿਸੇ ਡਰ ਭੈ ਤੇ ਆਉਣ, ਮਹਾਰਾਜ ਦੇ ਆਪਣਾ ਮੱਥਾ ਟੇਕਣ ਆ ਕੇ, ਔਰ ਸ਼ਹਿਰ ਦੀ ਸਾਰੀ ਸੰਗਤ ਨੂੰ ਅਪੀਲ ਆ ਪੁਲਿਸ ਦਾ ਸਹਿਯੋਗ ਦੇਣ ਔਰ ਤਾਂ ਜੋ ਕਿ ਆਪਣਾ ਅੱਜ ਦਾ ਦਿਹਾੜਾ ਜਿਹੜਾ ਆ ਉਹ ਵਧੀਆ ਖੁਸ਼ੀਆਂ ਮਨਾਇਆ ਜਾਵੇ। ਔਰ ਇਹ ਜਿਹੜੇ ਆ
ਤਾਂ ਮਤਲਬ ਬਾਹਰੋਂ ਜਿਹੜੇ ਲੋਕ ਹੋਣਗੇ ਉਹਨਾਂ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਨਾ ਹੋਵੇ।